ਸਤਿ ਸ਼੍ਰੀ ਅਕਾਲ ਦੋਸਤੋ 10 ਟਿਪਸ ਟੂਡੇ YouTube ਚੈਨਲ ਉੱਪਰ ਤੁਹਾਡਾ ਸਵਾਗਤ ਹੈ। ਇਹ ਇੱਕ ਐਜੂਕੇਸ਼ਨਲ ਚੈਨਲ ਹੈ ਜਿੱਥੇ ਤੁਸੀਂ ਪੰਜਾਬ ਵਿੱਚ ਹੋ ਰਹੇ ਗਵਰਨਮੈਂਟ ਜੌਬਸ ਦੇ ਕੰਪੀਟੀਟਿਵ ਐਗਜ਼ਾਮਸ ਨਾਲ ਰਿਲੇਟਡ ਵੱਖ-ਵੱਖ ਵੀਡੀਓਜ਼ ਦੇਖ ਸਕਦੇ ਹੋ। ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਆਪਣੀ ਇੰਡੀਅਨ ਪੋਲਿਟੀ ਦੀ ਸੀਰੀਜ਼ ਚੱਲ ਰਹੀ ਹੈ ਜਿਸ ਵਿੱਚ ਆਪਾਂ MCQ ਸਮੇਤ ਸਟੇਟਮੈਂਟਸ ਡਿਸਕਸ ਕਰਦੇ ਹਾਂ। ਉਸੇ ਸੀਰੀਜ਼ ਦਾ ਅੱਜ ਇਹ ਦੂਸਰਾ ਪਾਰਟ ਹੈ ਜਿਸ ਵਿੱਚ ਆਪਾਂ ਮੌਜੂਦਾ ਸੰਵਿਧਾਨ ਵਿੱਚ ਅਹਿਮ ਰੋਲ ਨਿਭਾਉਣ ਵਾਲੇ ਵੱਖ-ਵੱਖ ਐਕਟਾਂ 'ਤੇ ਵਿਚਾਰ ਕਰਾਂਗੇ। ਤਾਂ ਆਓ ਸ਼ੁਰੂ ਕਰੀਏ। ਸਾਡਾ ਅੱਜ ਦਾ ਜੋ ਪਹਿਲਾ ਕੁਐਸਚਨ ਹੈ ਉਹ ਹੈ ਭਾਰਤ ਕੌਂਸਲ ਐਕਟ 1909 ਸੰਬੰਧੀ ਕਿਹੜਾ ਕਥਨ ਸਹੀ ਹੈ। ਜਿਹੜੀ ਸਾਡੀ ਸਭ ਤੋਂ ਪਹਿਲੀ ਸਟੇਟਮੈਂਟ ਹੈ ਉਹ ਹੈ ਇਸ ਐਕਟ ਨੂੰ ਮਾਰਲੇ ਮਿੰਟੋ ਐਕਟ ਦਾ ਨਾਮ ਦਿੱਤਾ ਜਾਂਦਾ ਸੀ। ਸੈਕਿੰਡ ਸਟੇਟਮੈਂਟ ਹੈ ਇਸ ਐਕਟ ਅਧੀਨ ਪਹਿਲੀ ਵਾਰ ਸੰਪਰਦਾਇਕਤਾ ਆਧਾਰਿਤ ਪ੍ਰਤੱਖ ਚੁਣਾਵ ਕਰਵਾਏ ਗਏ ਸਨ। ਥਰਡ ਸਟੇਟਮੈਂਟ ਹੈ ਇਸ ਐਕਟ ਅਧੀਨ ਪ੍ਰਾਂਤਾਂ ਵਿੱਚ ਦੋਹਰੀ ਸ਼ਾਸਨ ਵਿਵਸਥਾ ਲਾਗੂ ਕੀਤੀ ਗਈ ਸੀ। ਤਾਂ ਜਿਹੜੀ ਸਾਡੀ ਸਭ ਤੋਂ ਪਹਿਲੀ ਸਟੇਟਮੈਂਟ ਹੈ ਇਹ ਬਿਲਕੁਲ ਠੀਕ ਹੈ। ਇਹਦੇ ਵਿੱਚ ਇਹਦਾ ਨਾਂ ਜਿਹੜਾ ਮਾਰਲੇ ਮਿੰਟੋ ਐਕਟ ਵੀ ਇਹਨੂੰ ਕਿਹਾ ਜਾਂਦਾ ਸੀ ਕਿਉਂਕਿ ਲਾਰਡ ਮਾਰਲੇ ਸੀ ਜਿਹੜੇ ਉਹ ਉਸ ਟਾਈਮ ਦੇ ਭਾਰਤ ਦੇ ਸੈਕਟਰੀ ਆਫ ਸਟੇਟਸ ਫॉर ਇੰਡੀਆ ਸੀ ਤੇ ਮਿੰਟੋ ਉਸ ਟਾਈਮ ਦੇ ਲਾਰਡ ਮਿੰਟੋ ਉਸ ਟਾਈਮ ਦੇ ਵਾਇਸਰਾਏ ਆਫ ਇੰਡੀਆ ਸੀ। ਸੈਕਿੰਡ ਸਟੇਟਮੈਂਟ ਹੈ ਜਿਹੜੀ ਇਸ ਐਕਟ ਅਧੀਨ ਪਹਿਲੀ ਵਾਰ ਸੰਪਰਦਾਇਕਤਾ ਆਧਾਰਿਤ ਪ੍ਰਤੱਖ ਚੁਣਾਵ ਕਰਵਾਏ ਗਏ ਸਨ। ਬਿਲਕੁਲ ਸਹੀ ਹੈ ਜੀ। ਦੋ ਕੈਟੇਗਰੀਜ਼ ਦੇ ਵਿੱਚ ਇਲੈਕਸ਼ਨ ਹੋਏ ਸੀ ਇੰਡੀਅਨ ਲੋਕਾਂ ਵਾਸਤੇ, ਇੱਕ ਜਰਨਲ ਦੂਜਾ ਮੁਸਲਿਮ ਜਿਹੜੀ ਕੈਟੇਗਰੀ ਸੀ। ਕਮਿਊਨਲ ਜਿਹੜੇ ਜਾਂ ਕਹਿ ਲਓ ਸੰਪਰਦਾਇਕ ਬੇਸ 'ਤੇ ਇਲੈਕਸ਼ਨ ਹੋਏ ਸੀ। ਤੀਜੀ ਸਟੇਟਮੈਂਟ ਇਸ ਐਕਟ ਅਧੀਨ ਪ੍ਰਾਂਤਾਂ ਵਿੱਚ ਦੋਹਰੀ ਸ਼ਾਸਨ ਵਿਵਸਥਾ ਲਾਗੂ ਕੀਤੀ ਗਈ ਸੀ। ਥਰਡ ਜਿਹੜੀ ਸਟੇਟਮੈਂਟ ਹੈ ਉਹ ਗਲਤ ਹੈ। ਫਸਟ ਐਂਡ ਸੈਕਿੰਡ ਸਟੇਟਮੈਂਟਸ ਸਹੀ ਨੇ ਤਾਂ ਇਹਦਾ ਆਨਸਰ ਸਾਡਾ ਹੋ ਜਾਂਦਾ ਜਿਹੜਾ B। ਨੈਕਸਟ ਕੁਐਸਚਨ ਹੈ 1909 ਦੇ ਐਕਟ ਅਧੀਨ ਸਹੀ ਕਥਨ ਦੀ ਪਹਿਚਾਣ ਕਰੋ। ਜਿਹੜੀ ਪਹਿਲੀ ਸਟੇਟਮੈਂਟ ਹੈ ਇਸ ਐਕਟ ਅਧੀਨ ਕੇਂਦਰ ਅਤੇ ਪ੍ਰਾਂਤਾਂ ਦੀ ਵਿਧਾਨ ਪ੍ਰੀਸ਼ਦਾਂ ਵਿੱਚ ਨਿਰਵਾਚਿਤ ਮੈਂਬਰਾਂ ਦੀ ਸੰਖਿਆ ਵਿੱਚ ਵਾਧਾ ਕੀਤਾ ਗਿਆ ਸੀ। ਦੂਜੀ ਸਟੇਟਮੈਂਟ ਹੈ ਗਵਰਨਰ ਜਨਰਲ ਦੀ ਕਾਰਜਕਾਰੀ ਪ੍ਰੀਸ਼ਦ ਵਿੱਚ ਇੱਕ ਭਾਰਤੀ ਮੈਂਬਰ ਚੁਣਨ ਦੀ ਵਿਵਸਥਾ ਕੀਤੀ ਗਈ ਸੀ। ਜਿਹੜੀ ਪਹਿਲੀ ਸਟੇਟਮੈਂਟ ਹੈ ਸਾਡੀ ਬਿਲਕੁਲ ਸਹੀ ਹੈ। ਇਹਦੇ ਵਿੱਚ ਮੈਂਬਰ ਸੀ ਜਿਹੜੇ ਉਹ ਵਧਾ ਦਿੱਤੇ ਗਏ ਸਨ। ਸੈਂਟਰ ਵਾਲੀ ਸੂਚੀ ਦੇ ਵਿੱਚ 16 ਤੋਂ 60 ਮੈਂਬਰ ਕਰ ਦਿੱਤੇ ਗਏ ਸਨ। ਪ੍ਰਾਂਤਾਂ ਵਿੱਚ ਵੀ ਮੈਂਬਰ ਜਿਹੜੀ ਵਿਧਾਨ ਪ੍ਰੀਸ਼ਦ ਸੀ ਪ੍ਰਾਂਤਾਂ ਦੀ ਉਹਦੇ ਵਿੱਚ ਵੀ ਮੈਂਬਰ ਵਧਾਉਣ ਦੀ ਜਿਹੜੀ ਪ੍ਰੋਵੀਜ਼ਨ ਸੀਗੀ ਉਹ ਲੈ ਕੇ ਆਂਦੀ ਗਈ ਸੀ। ਉਹ ਕੁਝ ਡਿਫਾਈਨਡ ਮੈਂਬਰਸ ਨਹੀਂ ਸੀ ਜਿਹੜੇ ਕਿ ਟਾਈਮ ਟੂ ਟਾਈਮ ਵਧਾਏ ਘਟਾਏ ਜਾਂਦੇ ਸੀ। ਸੈਕਿੰਡ ਸਟੇਟਮੈਂਟ ਕੀ ਕਹਿੰਦੀ ਹੈ ਗਵਰਨਰ ਜਨਰਲ ਦੀ ਕਾਰਜਕਾਰੀ ਪ੍ਰੀਸ਼ਦ ਵਿੱਚ ਇੱਕ ਭਾਰਤੀ ਮੈਂਬਰ ਚੁਣਨ ਦੀ ਵਿਵਸਥਾ ਕੀਤੀ ਗਈ। ਬਿਲਕੁਲ ਠੀਕ ਹੈ ਜੀ। ਇੱਕ ਮੈਂਬਰ ਪਹਿਲੀ ਵਾਰੀ ਜਿਹੜਾ ਗਵਰਨਰ ਦੀ ਕਾਰਜਕਾਰੀ ਪ੍ਰੀਸ਼ਦ ਸੀ ਉਹਦੇ ਵਿੱਚ ਇੰਡੀਅਨ ਸਿਲੈਕਟ ਹੋਣਾ ਸ਼ੁਰੂ ਹੋ ਗਿਆ ਸੀ। ਤਾਂ ਦੋਨੇ ਸਟੇਟਮੈਂਟ ਸਾਡੀਆਂ ਸਹੀ ਨੇ ਤਾਂ ਸਾਡਾ ਆਨਸਰ ਬਣਦਾ ਜਿਹੜਾ A ਬਣਦਾ ਹੈ। ਥਰਡ ਜਿਹੜਾ ਸਾਡਾ ਕੁਐਸਚਨ ਹੈ 1909 ਦੇ ਐਕਟ ਅਧੀਨ ਗਵਰਨਰ ਦੀ ਕਾਰਜਕਾਰੀ ਪ੍ਰੀਸ਼ਦ ਵਿੱਚ ਚੁਣਿਆ ਜਾਣ ਵਾਲਾ ਪਹਿਲਾ ਭਾਰਤੀ ਸੀ ਜਾਂ ਕੌਣ ਸੀ। ਜਿਹੜੀਆਂ ਸਾਡੇ ਕੋਲੇ ਚਾਰ ਇਹ ਆਪਸ਼ਨਸ ਦਿੱਤੀਆਂ ਗਈਆਂ ਕੀ ਉਹ ਸਤਿੰਦਰਨਾਥ ਟੈਗੋਰ ਸੀ, ਕੀ ਉਹ ਸਤਿੰਦਰ ਸਿਨਹਾ ਸੀ ਜਾਂ ਰਵਿੰਦਰਨਾਥ ਟੈਗੋਰ ਸੀ ਜਾਂ ਉਪਰੋਕਤ ਵਿੱਚੋਂ ਕੋਈ ਨਹੀਂ ਸੀ। ਇਹਨਾਂ ਜਿਹੜੇ ਉੱਪਰਲੇ ਤਿੰਨ ਹੈ ABC ਇਹਨਾਂ ਵਿੱਚੋਂ ਇੱਕ ਤਾਂ ਜ਼ਰੂਰ ਹੈ ਤਾਂ ਕਰਕੇ ਸਾਡੀ ਜਿਹੜੀ ਚੌਥੀ ਆਪਸ਼ਨ ਹੈ ਉਹ ਐਲੀਮੀਨੇਟ ਹੋ ਜਾਂਦੀ ਹੈ। ਰਵਿੰਦਰਨਾਥ ਟੈਗੋਰ ਨਹੀਂ ਸੀ, ਸਤਿੰਦਰਨਾਥ ਟੈਗੋਰ ਵੀ ਨਹੀਂ ਸੀ ਤਾਂ ਬਚਦੇ ਨੇ ਸਤਿੰਦਰ ਸਿਨਹਾ। ਇਹ ਯਾਦ ਰੱਖਿਓ ਇੰਪੋਰਟੈਂਟ ਹੈ। ਨੈਕਸਟ ਫੋਰਥ ਕੁਐਸਚਨ ਹੈ ਜਿਹੜਾ 1919 ਦੇ ਐਕਟ ਸੰਬੰਧੀ ਸਹੀ ਕਥਨ ਦੀ ਪਹਿਚਾਣ ਕਰੋ। ਸਾਡੇ ਕੋਲੇ ਹੁਣ 3 ਸਟੇਟਮੈਂਟਸ ਦਿੱਤੀਆਂ ਹੋਈਆਂ ਨੇ। ਪਹਿਲੀ ਸਟੇਟਮੈਂਟ ਕੀ ਕਹਿੰਦੀ ਹੈ ਇਸ ਐਕਟ ਨੂੰ ਮਾਂਟੇਗਿਓ ਚੈਮਸਫੋਰਡ ਐਕਟ ਕਿਹਾ ਜਾਂਦਾ ਸੀ। ਇਸ ਐਕਟ ਅਧੀਨ ਪਹਿਲੀ ਵਾਰ ਪ੍ਰਾਂਤਾਂ ਵਿੱਚ ਦੋਹਰੀ ਵਿਵਸਥਾ ਲਾਗੂ ਕੀਤੀ ਗਈ ਸੀ। ਇਸ ਐਕਟ ਅਧੀਨ ਲੋਕ ਸੇਵਾ ਆਯੋਗ ਦੀ ਯਾਨੀ ਕਿ UPSC ਦੀ ਵਿਵਸਥਾ ਕੀਤੀ ਗਈ। ਪਹਿਲਾ ਜਿਹੜਾ ਸਟੇਟਮੈਂਟ ਹੈ ਪਹਿਲਾ ਕਥਨ ਹੈ ਉਹ ਬਿਲਕੁਲ ਠੀਕ ਹੈ। ਇਹਨੂੰ ਮੌਂਟੇਗਿਓ ਚੈਮਸਫੋਰਡ ਐਕਟ ਕਿਹਾ ਜਾਂਦਾ ਸੀ। ਜਿਵੇਂ 1909 ਵਾਲੇ ਦਾ ਨਾਮ ਸੈਕਟਰੀ ਆਫ ਸਟੇਟ ਫॉर ਇੰਡੀਆ ਤੇ ਵਾਇਸਰਾਏ ਦੇ ਨਾਂ 'ਤੇ ਸੀ ਉਵੇਂ ਇਹਦਾ ਵੀ ਨਾਮ ਇਹਨਾਂ ਦੋਨਾਂ ਦੇ ਨਾਂ 'ਤੇ ਸੀ। ਦੋ ਬੰਦੇ ਸੀ ਮੌਂਟੇਗਿਓ ਤੇ ਚੈਮਸਫੋਰਡ। ਇਹਨਾਂ ਦੋਨਾਂ ਦੇ ਨਾਮ ਤੋਂ ਇਸ ਐਕਟ ਦਾ ਨਾਮ ਲਿਆ ਜਾਂਦਾ ਸੀ। ਪਹਿਲੀ ਸਟੇਟਮੈਂਟ ਬਿਲਕੁਲ ਠੀਕ ਹੈ। ਇਸ ਐਕਟ ਅਧੀਨ ਪਹਿਲੀ ਵਾਰ ਪ੍ਰਾਂਤਾਂ ਵਿੱਚ ਦੋਹਰੀ ਵਿਵਸਥਾ ਲਾਗੂ ਕੀਤੀ ਗਈ ਸੀ। ਬਿਲਕੁਲ ਜੀ।
ਇੱਕ ਐਗਜ਼ੀਕਿਊਟਿਵ, ਦੂਜੀ ਪੋਲੀਟੀਕਲ ਜਿਹੜੀ ਵਿਵਸਥਾ ਸੀਗੀ ਉਹ ਕੀਤੀ ਗਈ ਸੀ। ਕੁਛ ਜਿਹੜੀਆਂ ਐਗਜ਼ੀਕਿਊਟਿਵ ਪਾਵਰ ਸੀ ਉਹ ਗਵਰਨਰ ਨੂੰ ਦਿੱਤੀਆਂ ਗਈਆਂ ਸੀ। ਗਵਰਨਰ ਦੇ ਅਧੀਨ ਜਿਹੜੀਆਂ ਮੇਨ ਪਾਵਰ ਸੀਗੀਆਂ ਉਹ ਆਉਂਦੀਆਂ ਸੀ। ਉਸ ਤੋਂ ਬਾਅਦ ਕੁਛ ਜਿਹੜੀਆਂ ਪੋਲੀਟੀਕਲ ਬੰਦਿਆਂ ਨੂੰ ਵੀ ਪਾਵਰਸ ਦਿੱਤੀਆਂ ਗਈਆਂ ਸੀ। ਥਰਡ ਹੈ, ਇਸ ਐਕਟ ਅਧੀਨ ਲੋਕ ਸੇਵਾ ਆਯੋਗ ਦੀ ਵਿਵਸਥਾ ਕੀਤੀ ਗਈ ਸੀ। UPSC ਦੀ ਵਿਵਸਥਾ ਬਿਲਕੁਲ ਕੀਤੀ ਗਈ ਸੀ। ਤਾਂ ਇਹਦੇ ਵਿੱਚ ਸਾਡਾ ਆਨਸਰ ਹੈ ਜਿਹੜਾ ਉਹ C ਬਣਦਾ ਹੈ। ਤਿੰਨੋਂ ਦੀਆਂ ਤਿੰਨੋਂ ਸਟੇਟਮੈਂਟ ਸਾਡੀਆਂ ਸਹੀ ਨੇ। ਨੈਕਸਟ ਕੁਐਸਚਨ ਹੈ, ਇਸ ਐਕਟ ਅਧੀਨ ਪਹਿਲੀ ਵਾਰ ਸੀਮਿਤ ਮਾਤਰਾ ਵਿੱਚ ਮਹਿਲਾਵਾਂ ਨੂੰ ਵੋਟ ਪਾਉਣ ਦਾ ਅਧਿਕਾਰ ਦਿੱਤਾ ਗਿਆ ਸੀ। ਕਿਸ ਐਕਟ ਅਧੀਨ ਪਹਿਲੀ ਵਾਰ ਸੀਮਿਤ ਮਾਤਰਾ ਵਿੱਚ ਮਹਿਲਾਵਾਂ ਨੂੰ ਵੋਟ ਪਾਉਣ ਦਾ ਅਧਿਕਾਰ ਦਿੱਤਾ ਗਿਆ ਸੀ? ਕੁਐਸਚਨ ਨੂੰ ਧਿਆਨ ਨਾਲ ਪੜ੍ਹੋ। ਸੀਮਿਤ ਮਾਤਰਾ ਵਿੱਚ ਸਿਰਫ ਕੁਝ ਕੁ ਹੀ ਲੇਡੀਜ਼ ਸੀਗੀਆਂ ਜਾਂ ਵਿਮਨ ਸੀ ਜਿਨ੍ਹਾਂ ਨੂੰ ਵੋਟ ਪਾਉਣ ਦਾ ਅਧਿਕਾਰ ਦਿੱਤਾ ਗਿਆ ਸੀ। ਤਾਂ ਇਸ ਕੁਐਸਚਨ ਦਾ ਜੋ ਸਾਡਾ ਆਨਸਰ ਹੈ ਉਹ ਹੈ B। 1919 ਐਕਟ ਦੇ ਵਿੱਚ ਪਹਿਲੀ ਵਾਰੀ ਵਿਮਨਸ ਨੂੰ ਵੋਟ ਪਾਉਣ ਦਾ ਅਧਿਕਾਰ ਜਿਹੜਾ ਦਿੱਤਾ ਗਿਆ ਸੀ। ਨੈਕਸਟ ਕੁਐਸਚਨ ਅਸੀਂ ਆਉਂਦੇ ਹਾਂ, 1919 ਦੇ ਐਕਟ ਦੀਆਂ ਵਿਸ਼ੇਸ਼ਤਾਵਾਂ ਸੰਬੰਧੀ ਸਹੀ ਕਥਨਾਂ ਦੀ ਚੋਣ ਕਰੋ। ਦੋ ਸਟੇਟਮੈਂਟ ਸਾਡੇ ਕੋਲ ਦਿੱਤੀਆਂ ਗਈਆਂ, ਇਹਨਾਂ ਚੋਂ ਅਸੀਂ ਸਿਲੈਕਟ ਕਰਨਾ ਹੈ ਕਿ ਕਿਹੜੀਆਂ ਜਿਹੜੀਆਂ ਸਟੇਟਮੈਂਟਸ ਹੈ ਉਹ ਸਹੀ ਨੇ। ਪਹਿਲੀ ਸਟੇਟਮੈਂਟ ਕੀ ਕਹਿੰਦੀ ਹੈ, ਇਸ ਐਕਟ ਅਧੀਨ ਸਿੱਖ, ਮੁਸਲਮਾਨ ਤੇ ਈਸਾਈਆਂ ਲਈ ਅਲੱਗ ਨਿਰਵਾਚਨ ਮੰਡਲ ਦੀ ਵਿਵਸਥਾ ਕੀਤੀ ਗਈ ਸੀ। ਸੈਕੰਡ ਸਟੇਟਮੈਂਟ ਕੀ ਕਹਿੰਦੀ ਹੈ, ਇਸ ਐਕਟ ਅਧੀਨ ਕੇਵਲ ਮੁਸਲਮਾਨਾਂ ਲਈ ਹੀ ਅਲੱਗ ਨਿਰਵਾਚਨ ਮੰਡਲ ਦੀ ਵਿਵਸਥਾ ਕੀਤੀ ਗਈ ਸੀ। ਤਾਂ ਇਹ ਦੋਨੇ ਸਟੇਟਮੈਂਟ ਆਪਸ ਦੇ ਵਿੱਚ ਕੰਟਰਾਡਿਕਟਰੀ ਹੋ ਗਈਆਂ। ਤਾਂ ਇਹਦੇ ਵਿੱਚ ਜਿਹੜਾ ਇੱਕ ਕਥਨ ਹੀ ਸਹੀ ਹੋਊਗਾ। ਹੁਣ ਅਸੀਂ ਧਿਆਨ ਨਾਲ ਪੜ੍ਹੀਏ ਤਾਂ ਜਿਹੜੀ ਮੁਸਲਮਾਨਾਂ ਵਾਸਤੇ ਹੈ, ਜਿਹੜੀ ਮੈਂ ਤੁਹਾਨੂੰ ਪਹਿਲਾਂ ਹੀ ਦੱਸ ਕੇ ਹਟਿਆ, 1909 ਦੇ ਵਿੱਚ ਜਿਹੜਾ ਐਕਟ ਆਇਆ ਸੀ, ਮਾਰਲੇ ਮਿੰਟੋ ਐਕਟ ਵੀ ਕਿਹਾ ਜਾਂਦਾ ਸੀ, ਉਸੇ ਦੇ ਤਹਿਤ ਹੀ ਇਹ ਜਿਹੜੀ ਵਿਵਸਥਾ ਸੀਗੀ ਕਰ ਲੈਤੀ ਗਈ ਸੀ, ਜਿਹਦੇ ਵਿੱਚ ਮੁਸਲਮਾਨ ਤੇ ਜਨਰਲ ਕੈਟੇਗਰੀ ਦੋ ਕੈਟੇਗਰੀਜ਼ ਬਣੀਆਂ ਸੀ। ਪਰੰਤੂ ਜਿਹੜਾ 1919 ਵਾਲਾ ਸੀ ਉਹਦੇ ਵਿੱਚ ਸਿੱਖਾਂ ਲਈ, ਮੁਸਲਮਾਨਾਂ ਲਈ ਤੇ ਈਸਾਈਆਂ ਲਈ ਅਲੱਗ-ਅਲੱਗ ਜਿਹੜਾ ਨਿਰਵਾਚਨ ਮੰਡਲ ਦੀ ਵਿਵਸਥਾ ਕੀਤੀ ਗਈ ਸੀ। ਇਸ ਲਈ ਸਾਡੀ ਸੈਕੰਡ ਸਟੇਟਮੈਂਟ ਹੈ ਜਿਹੜੀ ਗਲਤ ਹੋ ਜਾਂਦੀ ਹੈ, ਪਹਿਲੀ ਸਟੇਟਮੈਂਟ ਸਹੀ ਹੋ ਜਾਂਦੀ ਹੈ। ਆਨਸਰ ਬਣੇਗਾ ਸਾਡਾ B, ਕੇਵਲ ਇੱਕ ਸਹੀ ਹੈ। 7th ਜਿਹੜਾ ਕੁਐਸਚਨ ਹੈ, ਕਿਸ ਐਕਟ ਅਧੀਨ ਪਹਿਲੀ ਵਾਰ ਕੇਵਲ ਮੁਸਲਮਾਨਾਂ ਲਈ ਹੀ ਅਲੱਗ ਨਿਰਵਾਚਨ ਮੰਡਲ ਦੀ ਵਿਵਸਥਾ ਕੀਤੀ ਗਈ ਸੀ? ਉਹੀ ਕੁਐਸਚਨ ਜਿਹੜਾ ਅਸੀਂ ਪਿਛਲੇ ਕੁਐਸਚਨ 'ਚ ਵੀ ਰਿਪੀਟ ਕਰਕੇ ਹਟੇ ਹਾਂ, ਪਹਿਲੇ ਕੁਐਸਚਨ 'ਚ ਵੀ ਸੀ। ਤਾਂ ਇਹਦੇ ਵਿੱਚ ਸਾਡਾ ਜਿਹੜਾ ਆਏਗਾ ਉਹ 1909 ਦਾ ਐਕਟ ਸੀ। ਇਹਦੇ ਵਿੱਚ ਮੁਸਲਮਾਨਾਂ ਲਈ ਪਹਿਲੀ ਵਾਰੀ ਜਿਹੜੀ ਅਲੱਗ ਤੋਂ ਇੱਕ ਨਿਰਵਾਚਨ ਮੰਡਲ ਦੀ ਵਿਵਸਥਾ ਕੀਤੀ ਗਈ ਸੀ। ਪਾੜੋ ਤੇ ਰਾਜ ਕਰੋ ਦੀ ਨੀਤੀ ਦਾ ਇੱਕ ਅਗਾਂਹ ਵਧੂ ਕਦਮ ਸੀ ਇਹ, ਜਿਹਦੇ ਵਿੱਚ ਮੁਸਲਮਾਨਾਂ ਨੂੰ ਅਲੱਗ ਤੋਂ ਪਾਵਰ ਦੇ ਕੇ ਉਹਨਾਂ ਨੂੰ ਡਿਵਾਈਡ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ। 8th ਕੁਐਸਚਨ ਹੈ ਜਿਹੜਾ, ਜਲਿਆਂਵਾਲਾ ਬਾਗ ਦੇ ਹੱਤਿਆਕਾਂਡ ਦੇ ਲਈ ਕੌਣ ਜ਼ਿੰਮੇਵਾਰ ਸੀ? 4 ਸਾਡੇ ਕੋਲੇ ਅੰਗਰੇਜ਼ ਅਫਸਰਾਂ ਦੇ ਨਾਂ ਨੇ, ਜਨਰਲ ਓਡਵਾਇਰ, ਲਾਰਡ ਚੈਮਸਫੋਰਡ, ਲਾਰਡ ਹਾਰਡਿੰਗ ਜਾਂ ਜਨਰਲ ਡਾਇਰ। ਗੋਲੀ ਸੀ ਜਿਹੜੀ ਮੌਕੇ ਤੇ ਪਹੁੰਚ ਕੇ ਉਹ ਜਨਰਲ ਡਾਇਰ ਨੇ ਚਲਾਈ ਸੀ, ਬਟ ਜਿਹੜਾ ਹੁਕਮ ਸੀ ਜਨਰਲ ਓਡਵਾਇਰ ਦਾ ਸੀ। ਤਾਂ ਕਰਕੇ ਇਹਦੇ ਵਾਸਤੇ ਜਿਹੜੀ ਜ਼ਿੰਮੇਵਾਰੀ ਫਿਕਸ ਕੀਤੀ ਜਾਂਦੀ ਹੈ ਉਹ ਜਨਰਲ ਓਡਵਾਇਰ ਦੀ ਬਣਦੀ ਹੈ। ਨੈਕਸਟ ਕੁਐਸਚਨ ਹੈ ਜੀ ਸਾਡਾ, 1919 ਦੇ ਰੋਲਟ ਐਕਟ ਦੇ ਬਾਰੇ ਸਹੀ ਕਥਨ ਚੁਣੋ। ਇਹਦੇ ਵਿੱਚ ਸਾਡੇ ਕੋਲ 4 ਸਟੇਟਮੈਂਟਸ ਦਿੱਤੀਆਂ ਹੋਈਆਂ ਨੇ। ਪਹਿਲੀ ਸਟੇਟਮੈਂਟ ਹੈ, ਇਸ ਐਕਟ ਨੂੰ ਕਾਲੇ ਕਾਨੂੰਨ ਦਾ ਨਾਮ ਦਿੱਤਾ ਜਾਂਦਾ ਸੀ। ਸੈਕੰਡ ਹੈ, ਇਸ ਐਕਟ ਵਿੱਚ ਕੇਵਲ ਸ਼ੱਕ ਦੇ ਆਧਾਰ ਤੇ ਹੀ ਵਿਅਕਤੀ ਨੂੰ ਗ੍ਰਿਫਤਾਰ ਕਰਕੇ ਨਜ਼ਰਬੰਦ ਕਰ ਲਿਆ ਜਾਂਦਾ ਸੀ। ਥਰਡ ਸਟੇਟਮੈਂਟ ਹੈ ਜਿਹੜੀ, ਜਲਿਆਂਵਾਲਾ ਬਾਗ ਹੱਤਿਆਕਾਂਡ ਲਈ ਇਹ ਐਕਟ ਜ਼ਿੰਮੇਵਾਰ ਸੀ। ਫੋਰਥ ਹੈ, ਇਸ ਐਕਟ ਨੂੰ ਬਿਨਾਂ ਅਪੀਲ, ਬਿਨਾਂ ਦਲੀਲ, ਬਿਨਾਂ ਵਕੀਲ ਐਕਟ ਵੀ ਕਿਹਾ ਜਾਂਦਾ ਸੀ। ਇਹ ਚਾਰੇ ਸਟੇਟਮੈਂਟਸ ਅਸੀਂ ਇੱਕ ਕਰਕੇ ਡਿਸਕਸ ਕਰਦੇ ਹਾਂ। ਇਸ ਐਕਟ ਨੂੰ ਕਾਲੇ ਕਾਨੂੰਨ ਦਾ ਨਾਮ ਦਿੱਤਾ ਜਾਂਦਾ ਸੀ, ਬਿਲਕੁਲ ਦਿੱਤਾ ਜਾਂਦਾ ਸੀ। ਇਸ ਐਕਟ ਵਿੱਚ ਕੇਵਲ ਸ਼ੱਕ ਦੇ ਆਧਾਰ ਤੇ ਵਿਅਕਤੀ ਨੂੰ ਗ੍ਰਿਫਤਾਰ ਕਰਕੇ ਨਜ਼ਰਬੰਦ ਕਰ ਲਿਆ ਜਾਂਦਾ ਸੀ, ਬਿਲਕੁਲ ਸਹੀ ਸੀ। ਇਸੇ ਦੇ ਕਰਕੇ ਜਿਹੜੇ ਜਲਿਆਂਵਾਲਾ ਬਾਗ ਸੀਗਾ ਉਹ ਉੱਥੇ ਇਕੱਠ ਹੋਇਆ ਸੀ, ਕਿਉਂਕਿ ਕਿਚਲੂ ਜੀ ਨੂੰ ਤੇ ਇੱਕ ਹੋਰ ਲੀਡਰ ਨੂੰ, 2 ਜਣਿਆਂ ਨੂੰ ਗ੍ਰਿਫਤਾਰ ਕਰ ਲਿਆ ਸੀ। ਉਸੇ ਦੇ ਵਿਰੋਧ ਦੇ ਵਿੱਚ ਉੱਥੇ ਉਸ ਟਾਈਮ ਤੇ ਜਿਹੜਾ ਇਕੱਠ ਕੀਤਾ ਗਿਆ ਸੀ। ਜਲਿਆਂਵਾਲਾ ਬਾਗ ਹੱਤਿਆਕਾਂਡ ਲਈ ਇਹ ਐਕਟ ਜ਼ਿੰਮੇਵਾਰ ਸੀ, ਬਿਲਕੁਲ ਸੀਗਾ। ਜਿਵੇਂ ਤੁਹਾਨੂੰ ਦੱਸਿਆ ਹੀ ਹੈ ਵੀ ਕਿਚਲੂ ਜੀ ਇੱਕ ਇੰਪੋਰਟੈਂਟ ਉਸ ਟਾਈਮ ਦੇ ਲੀਡਰ ਸਨ। ਉਹਨਾਂ ਦੀ ਗ੍ਰਿਫਤਾਰੀ ਦੇ ਵਿਰੋਧ ਦੇ ਵਿੱਚ ਹੀ ਉੱਥੇ ਲੋਕ ਇਕੱਠੇ ਹੋਏ ਸੀ,
ਇਸ ਐਕਟ ਨੂੰ ਬਿਨਾਂ ਅਪੀਲ, ਬਿਨਾਂ ਦਲੀਲ ਅਤੇ ਬਿਨਾਂ ਵਕੀਲ ਦਾ ਐਕਟ ਕਿਹਾ ਜਾਂਦਾ ਸੀ। ਬਿਲਕੁਲ ਠੀਕ ਹੈ ਜੀ, ਚਾਰੋਂ ਸਟੇਟਮੈਂਟਸ ਤਾਂ ਉਪਰੋਕਤ ਸਾਰੇ ਸਹੀ। ਇਹਦਾ ਆਨਸਰ ਹੈ ਜਿਹੜਾ ਸੀ ਬਣੇਗਾ। ਲਾਸਟ ਕੁਐਸਚਨ ਹੈ ਅੱਜ ਦਾ, ਸਾਈਮਨ ਕਮਿਸ਼ਨ ਕਦੋਂ ਭਾਰਤ ਵਿੱਚ ਆਇਆ? ਦੋ ਗੱਲਾਂ ਨੇ, ਪਹਿਲੀ ਗੱਲ ਇਹ ਐਕਟ ਬਣਿਆ ਕਦੋਂ, ਦੂਜਾ ਇਹ ਇੰਡੀਆ ਵਿੱਚ ਸਾਈਮਨ ਕਮਿਸ਼ਨ ਹੈ ਜਿਹੜਾ ਉਹ ਇਹ ਕਮਿਸ਼ਨ ਬਣਿਆ ਕਦੋਂ ਤੇ ਇੰਡੀਆ ਵਿੱਚ ਸਾਈਮਨ ਕਮਿਸ਼ਨ ਪਹੁੰਚਿਆ ਕਦੋਂ। ਇਹ ਦੋ ਅਲੱਗ-ਅਲੱਗ ਸਟੇਟਮੈਂਟਸ ਹੈ, ਬੜੇ ਧਿਆਨ ਨਾਲ ਤੁਸੀਂ ਦੇਖਣਾ ਹੈ। ਇੱਥੇ ਆਪਣੇ ਕੋਲੇ ਪੁੱਛਿਆ ਗਿਆ ਵੀ ਭਾਰਤ ਕਦੋਂ ਪਹੁੰਚਿਆ, ਤਾਂ ਇਹ ਭਾਰਤ ਪਹੁੰਚਿਆ ਸੀ 1928 ਨੂੰ। ਇਹਦਾ ਆਨਸਰ ਬਣੇਗਾ ਬੀ। ਬਟ 1927 ਦੇ ਵਿੱਚ ਇਹ ਬ੍ਰਿਟੇਨ ਦੇ ਵਿੱਚ ਗਵਰਨਮੈਂਟ ਦੁਆਰਾ ਪਾਸ ਕਰਿਆ ਗਿਆ ਸੀ, ਜਿਹਦੇ ਤਹਿਤ ਸਾਈਮਨ ਕਮਿਸ਼ਨ ਹੈ ਜਿਹੜਾ ਉਹ ਬਣਾਇਆ ਗਿਆ ਸੀ 1927 ਦੇ ਵਿੱਚ। ਉੱਥੋਂ ਇੰਡੀਆ ਪਹੁੰਚਦੇ 1928 ਚੜ੍ਹ ਗਿਆ ਸੀ, ਤਾਂ ਕਰਕੇ ਇੰਡੀਆ ਦੇ ਵਿੱਚ ਇਹ 1928 ਨੂੰ ਪਹੁੰਚਿਆ ਸੀ। ਜੇਕਰ ਕੁਐਸਚਨ ਆ ਜਾਂਦਾ ਵੀ ਸਾਈਮਨ ਕਮਿਸ਼ਨ ਦਾ ਗਠਨ ਕਦੋਂ ਕੀਤਾ ਗਿਆ ਸੀ, ਤਾਂ 1927 ਲਿਖਣਾ ਹੈ। ਜੇਕਰ ਇਹ ਪੁੱਛਿਆ ਗਿਆ ਵੀ ਇੰਡੀਆ ਕਦੋਂ ਪਹੁੰਚਿਆ ਸੀ, ਭਾਰਤ ਕਦੋਂ ਪਹੁੰਚਿਆ ਸੀ, ਤਾਂ 1928 ਲਿਖਣਾ ਹੈ। ਇਹਦੇ ਨਾਲ ਹੀ ਸਾਡਾ ਅੱਜ ਦਾ ਲੈਕਚਰ ਕੰਪਲੀਟ ਹੁੰਦਾ ਹੈ। ਥਰਡ ਪਾਰਟ ਲੈ ਕੇ ਜਲਦੀ ਤੁਹਾਡੇ ਰੂਬਰੂ ਹੋਵਾਂਗੇ। ਉਦੋਂ ਤੱਕ ਜੇ ਤੁਹਾਨੂੰ ਇਹ ਲੈਕਚਰ ਅੱਛਾ ਲੱਗਿਆ ਤਾਂ ਆਪਣੇ ਫਰੈਂਡਸ ਦੇ ਨਾਲ, ਆਪਣੇ ਜਿਹੜੇ ਨਾਲ ਹੋਰ ਸਟੂਡੈਂਟਸ ਤੁਹਾਡੇ ਤਿਆਰੀ ਕਰ ਰਹੇ ਐਸਪੀਰੈਂਟਸ, ਉਹਨਾਂ ਨਾਲ ਹੀ ਸ਼ੇਅਰ ਕਰ ਦਿਓ, ਲਾਈਕ ਕਰ ਦਿਓ। ਅਤੇ ਜੇ ਤੁਸੀਂ ਅਗਲੇ ਵੀਡੀਓਜ਼ ਇਸੇ ਸੀਰੀਜ਼ ਦੇ ਵਿੱਚ ਚਾਹੁੰਦੇ ਹੋ ਨੈਕਸਟ ਪਾਰਟਸ ਨੂੰ ਸੁਣਨਾ, ਤਾਂ ਸਬਸਕ੍ਰਾਈਬ ਕਰ ਲਿਓ ਤਾਂ ਕਿ ਤੁਹਾਨੂੰ ਉਹਦੀ ਨੋਟੀਫਿਕੇਸ਼ਨ ਮਿਲਦੀ ਰਹੇ। ਦੋਸਤੋ, ਜਲਦ ਮਿਲਦੇ ਹਾਂ ਦੁਬਾਰਾ ਨੈਕਸਟ ਪਾਰਟ ਦੇ ਨਾਲ। ਸਤਿ ਸ਼੍ਰੀ ਅਕਾਲ।